गुड मॉर्निंग डियर स्टूडेंट्स। मेरा नाम जसपिंदर सिंह है। मैं सरकारी सीनियर सैकेंडरी स्मार्ट स्कूल आरफ के विच एज आ खेतीबाड़ी ट्रेनर सेवावां निभा रहा हाँ। सो बच्चों, जो अपना अज का टॉपिक है वो है इंट्रोडक्शन टू हॉर्टिकल्चर, बागबानी दियां फसलों बारे जान पछाण। सो सब तो पहला बच्चे इंट्रोडक्शन टू हॉर्टिकल्चर, बागबानी की खेती बारे जान पछाण। हॉर्टिकल्चर बच्चे एक ਉਹ ਸਾਇੰਸ ਆ ਜਿਸ ਦੇ ਵਿੱਚ ਕਿ ਆਪਾਂ ਟੋਟਲੀ ਫੁੱਲਾਂ ਦੀ ਜਾਂ ਫਲਾਂ ਦੀ ਪ੍ਰੋਡਕਸ਼ਨ ਕਰਦੇ ਹਾਂ। ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਹਾਰਟੀਕਲਚਰਸ ਕ੍ਰੌਪ, ਜਿਵੇਂ ਕਿ ਫਰੂਟ ਆ ਜਾਂਦੇ ਆ, ਵੈਜੀਟੇਬਲਸ ਆ ਜਾਂਦੀਆਂ, ਕੁਛ ਆਪਣੀ ਸਪਾਈਸਿਸ ਆਉਂਦੇ ਆ, ਕੁਛ ਔਰਨਾਮੈਂਟਲ ਪਲਾਂਟਸ ਆਉਂਦੇ ਆ, ਪਲਾਂਟੇਸ਼ਨ ਆਉਂਦੇ ਆ, ਕੁਛ ਮੈਡੀਸਨਲ ਪਲਾਂਟ ਆਉਂਦੇ ਆ ਅਤੇ ਐਰੋਮੈਟਿਕ ਪਲਾਂਟਸ, ਜਿਨ੍ਹਾਂ ਸਾਰਿਆਂ ਦੀ ਆਪਾਂ ਕੀ ਖੇਤੀ ਕਰਦੇ ਹਾਂ। ਔਰ ਇਹ ਜੋ ਜਿੰਨੀਆਂ ਵੀ ਕ੍ਰੌਪਸ ਨੇ, ਜਿੰਨੀਆਂ ਟਾਈਪਸ ਦੀਆਂ ਕ੍ਰੌਪਸ ਨੇ, ਇਹ ਸਾਰੀਆਂ ਹਾਰਟੀਕਲਚਰ ਦੇ ਅੰਡਰ ਹੀ ਆਉਂਦੀਆਂ ਹਨ। ਔਰ ਇੱਕ ਪੱਖੋਂ ਦੇਖਿਆ ਜਾਵੇ ਕਿ ਜਿਹੜਾ ਆਪਣਾ ਇੰਡੀਆ ਨਾ, ਆਪਣਾ ਭਾਰਤ ਦੇਸ਼ ਆ, ਇਹ ਲਾਰਜੈਸਟ ਪ੍ਰੋਡਿਊਸਰ ਆ ਫਰੂਟ ਅਤੇ ਵੈਜੀਟੇਬਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਫਟਰ ਚਾਈਨਾ, ਯਾਨੀ ਕਿ ਸੈਕਿੰਡ ਪੋਜੀਸ਼ਨ ਹੈ ਇਸ ਦੀ। ਔਰ ਇਨ ਇੰਡੀਆ ਆਪਣੇ ਦੇਸ਼ ਵਿੱਚ ਅਬਾਊਟ 55 ਤੋਂ 60% ਜਿਹੜੀ ਟੋਟਲ ਪ੍ਰੋਡਕਸ਼ਨ ਆ ਉਹ ਐਗਰੀਕਲਚਰ 'ਤੇ ਹੀ ਡਿਪੈਂਡੈਂਟ ਆ। ਔਰ ਉਹਦੇ ਵਿੱਚੋਂ ਕੁਛ ਦੂਸਰੀ ਕ੍ਰੌਪਸ ਲਗਾਉਂਦੇ ਨੇ ਔਰ ਕੁਛ ਹਾਰਟੀਕਲਚਰ ਕ੍ਰੌਪਸ ਦੀ ਖੇਤੀ ਕਰਦੇ ਹਨ। ਅਗਲਾ ਹੈ ਬੱਚੇ ਹਾਰਟੀਕਲਚਰ ਐਂਡ ਇਟ ਇਜ਼ ਇੰਪੋਰਟੈਂਸ। ਇਸ ਦੀ ਇੰਪੋਰਟੈਂਸ ਕੀ ਹੈ? ਜਿਹੜੀ ਹਾਰਟੀਕਲਚਰ ਦੀ ਟਰਮਸ ਆ, ਇਹ ਲੈਟਿਨ ਭਾਸ਼ਾ ਦੇ ਵਰਡਸ ਹੌਟਸ ਮੀਨ ਗਾਰਡਨ, ਬਾਗ, ਅਤੇ ਕਲਚਰਾ ਮੀਨ ਕਲਟੀਵੇਸ਼ਨ, ਬਾਗ ਦੀ ਖੇਤੀ ਕਰਨ ਨੂੰ ਜੋ ਜੋੜ ਕੇ ਬਣਾਇਆ ਗਿਆ ਹੈ ਲੈਟਿਨ ਭਾਸ਼ਾ ਤੋਂ, ਉਸ ਦਾ ਅਰਥ ਹੈ ਹਾਰਟੀਕਲਚਰ। ਅਗਲਾ ਹੈ ਬੱਚੇ ਫੀਚਰਸ ਐਂਡ ਇੰਪੋਰਟੈਂਸ। ਹਾਰਟੀਕਲਚਰ ਕ੍ਰੌਪਸ ਪਰਫਾਰਮ ਐ ਵਾਈਟਲ ਰੋਲ ਇਨ ਦ ਇੰਡੀਅਨ ਇਕੋਨਮੀ ਬਾਈ ਜਨਰੇਟਿੰਗ ਇੰਪਲੋਇਮੈਂਟ, ਪ੍ਰੋਵਾਈਡਿੰਗ ਰਾ ਮਟੀਰੀਅਲ ਟੂ ਵੇਰੀਅਸ ਫੂਡ ਪ੍ਰੋਸੈਸਿੰਗ ਇੰਡਸਟਰੀਜ਼। ਇੱਕ ਬਹੁਤ ਤਗੜਾ ਰੋਲ ਅਦਾ ਕਰਦੀ ਹੈ ਇਹ ਆਪਣੇ ਦੇਸ਼ ਦੀ ਇਕੋਨਮੀ ਨੂੰ ਅਪ ਕਰਨ ਲਈ। ਔਰ ਬਹੁਤ ਤਰ੍ਹਾਂ ਦੀਆਂ ਜੋਬਸ ਵੀ ਇਹਦੇ ਥਰੂ ਪ੍ਰੋਵਾਈਡ ਹੁੰਦੀਆਂ ਨੇ, ਜਿਹਦੀਆਂ ਆਪਣੇ ਦੇਸ਼ ਅਨਇੰਪਲੋਇਮੈਂਟ ਆ ਉਸ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਖ਼ਤਮ ਕਰਨ ਦੇ ਵਿੱਚ ਕਾਰਗਰ ਸਾਬਤ ਹੁੰਦੀ ਆ। ਔਰ ਦੇਖਿਆ ਜਾਵੇ ਕਿ ਇਹ ਇੱਕ ਤਰ੍ਹਾਂ ਦਾ ਆਪਾਂ ਨੂੰ ਰਾ ਮਟੀਰੀਅਲ, ਇੱਕ ਕੱਚਾ ਮਾਲ ਪ੍ਰੋਵਾਈਡ ਕਰਦੀ ਆ ਆਪਣੀ ਜਿਹੜੀ ਇੰਡਸਟਰੀਜ਼ ਆ ਉਸ ਨੂੰ। ਹਾਰਟੀਕਲਚਰ ਕ੍ਰੌਪਸ ਆਰ ਅ ਸੋਰਸ ਆਫ ਵੈਰੀਏਬਿਲਿਟੀ ਇਨ ਫਾਰਮ ਪ੍ਰੋਡਿਊਸ ਐਂਡ ਡਾਈਟਸ। ਇਹ ਬਹੁਤ ਤਰ੍ਹਾਂ ਦੀ ਇਹਦੇ ਵਿੱਚ ਬੱਚੇ ਵੈਰੀਏਬਿਲਿਟੀਜ਼ ਆ ਜਾਂਦੀ ਆ, ਜਿਹੜੀ ਆਪਾਂ ਆਪਣੇ ਫਾਰਮ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ ਜਾਂ ਜਿਹੜੀ ਆਪਾਂ ਡਾਈਟ ਵਗੈਰਾ ਲੈਂਦੇ ਉਸ ਦੇ ਵਿੱਚ। ਇਹ ਇੱਕ ਬਲਕ ਦੇ ਵਿੱਚ ਕੀ ਆ, ਇਹ ਸੋਰਸ ਆ ਨਿਊਟ੍ਰੀਐਂਟਸ ਦਾ, ਵਿਟਾਮਿਨਸ ਦਾ, ਮਿਨਰਲਸ ਦਾ, ਫਲੇਵਰ ਦਾ, ਅਰੋਮਾ, ਡਾਈਟਰੀ ਫਾਈਬਰਸ ਦਾ ਇੱਕ ਬਲਕ ਦੇ ਵਿੱਚ ਬਹੁਤ ਤਕੜਾ ਸੋਰਸ ਆ ਇਹ। ਦੇ ਕੰਟੇਨ ਹੈਲਥੀ ਬੈਨੀਫਿਟਿੰਗ ਕੰਪਾਊਂਡ ਐਂਡ ਮੈਡੀਸਿਨ। ਔਰ ਇਸ ਦੀ ਖੇਤੀ ਨਾਲ ਕਿ ਆਪਾਂ ਬਹੁਤ ਤਰ੍ਹਾਂ ਦੀਆਂ ਜੋ ਮੈਡੀਸਨ ਵੀ ਤਿਆਰ ਕਰਦੇ ਹਾਂ ਔਰ ਜੋ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਅਗਲਾ ਹੈ ਦੀਸ ਕ੍ਰੌਪਸ ਆਰ ਐਸਥੈਟਿਕਸ ਵੈਲਿਊ ਐਂਡ ਪ੍ਰੋਟੈਕਟ ਦਾ ਇਨਵਾਇਰਮੈਂਟ। ਔਰ ਅਦਰ ਪਰਪਸ ਨਾਲ ਦੇਖਿਆ ਜਾਵੇ ਕਿ ਇਹ ਜ਼ਿਆਦਾਤਰ ਪਲਾਂਟੇਸ਼ਨ ਹੋਣ ਦੇ ਕਾਰਨ ਆਪਣੇ ਇਨਵਾਇਰਮੈਂਟ ਨੂੰ ਵੀ ਸੇਫ ਕਰਦੀਆਂ ਹਨ। ਮੀਨ ਟੂ ਸੇ ਡੈਟ ਕਿ ਪ੍ਰੋਪਰ ਏਅਰ ਪੋਲਿਊਸ਼ਨ 'ਤੇ ਵੀ ਇਹ ਕੰਟਰੋਲ ਕਿਸੇ ਨਾ ਤਰੀਕੇ ਨਾਲ ਰੱਖਦੇ ਹਨ, ਅਤੇ ਜਿਹੜਾ ਹਾਈ ਟੈਂਪਰੇਚਰ ਆ ਉਸ ਨੂੰ ਲੋ ਕਰਨ ਦੇ ਵਿੱਚ ਵੀ ਸਹਾਈ ਹੁੰਦੀਆਂ ਹਨ। ਅਗਲਾ ਹੈ ਬੱਚੇ ਦ ਕ੍ਰੌਪਸ ਆਰ ਯੂਜ਼ਫੁਲ ਫॉर ਕਲਟੀਵੇਸ਼ਨ ਇਨ ਵੇਸਟਲੈਂਡ ਔਰ ਪੂਅਰ ਕੁਆਲਿਟੀ ਸੋਇਲ। ਇਹ ਜਿਹੜੀ ਇੱਕ ਹਾਰਟੀਕਲਸ ਦੀਆਂ ਕ੍ਰੌਪਸ ਨੇ ਨਾ, ਇਹ ਵੇਸਟਲੈਂਡ ਵਿੱਚ ਜਿਹਨੂੰ ਅਸਲੋਂ ਕੋਈ ਹੋਰ ਫਸਲ ਉਗਾਉਣ ਦੇ ਕਾਬਲ ਜ਼ਮੀਨ ਨਾ ਹੋਵੇ, ਆਪਾਂ ਉਸ ਨੂੰ ਉੱਥੇ ਵੀ ਕਰ ਸਕਦੇ ਹਾਂ। ਈਲਡ ਜ਼ਰੂਰ ਘੱਟ ਹੋਊਗੀ, ਬਟ ਇਹ ਨਹੀਂ ਹੈ ਕਿ ਆਪਾਂ ਉੱਥੇ ਇਸ ਦੀ ਖੇਤੀ ਨਹੀਂ ਕਰ ਸਕਦੇ। ਜਿਹੜੀਆਂ ਬੱਚੇ ਅਗਲਾ ਹੈ ਸੱਚ ਕ੍ਰੌਪਸ ਆਫ ਹਾਈ ਵੈਲਿਊ। ਇਸ ਦੀਆਂ ਬਹੁਤ ਕ੍ਰੌਪ ਐਵੇਂ ਦੀਆਂ ਨੇ ਜਿਨ੍ਹਾਂ ਦੀ ਵੈਲਿਊ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਹਾਈਲੀ ਉਹ ਆਪਾਂ ਨੂੰ ਬੈਨੀਫਿਟ ਦਿੰਦੀਆਂ ਹਨ। ਹਾਰਟੀਕਲਚਰ ਪ੍ਰੋਡਿਊਸ ਹੈਵਸ ਐਜ਼ ਏ ਰਾ ਮਟੀਰੀਅਲ ਫॉर ਵੇਰੀਅਸ ਇੰਡਸਟਰੀ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ ਬਹੁਤ ਇੰਡਸਟਰੀਜ਼ ਨੇ ਆਪਣੀਆਂ ਜਿਨ੍ਹਾਂ ਨੂੰ ਇਹ ਰਾ ਮਟੀਰੀਅਲ ਅਪਲਾਈ ਭੇਜਦੀਆਂ ਹਨ, ਜਿਵੇਂ ਕਿ ਆਇਲ ਵਾਸਤੇ ਭੇਜਦੇ ਹਨ, ਪੇਂਟਸ ਲਈ ਭੇਜਦੇ ਹਨ, ਕੋਸਮੈਟਿਕਸ ਲਈ, ਪਰਫਿਊਮਰੀ ਲਈ, ਥੈਰਾਪਿਊਟਿਕਲ ਲਈ, ਸਾਰੇ ਲਈ ਇਹ ਹਾਰਟੀਕਲਚਰ ਪਲਾਂਟਸ ਤੋਂ ਹੀ ਇਹ ਰਾ ਮਟੀਰੀਅਲ ਪ੍ਰੋਵਾਈਡ ਕਰਦੀਆਂ ਹਨ। ਅਗਲਾ ਹੈ ਬੱਚੇ ਪ੍ਰੈਜੈਂਟ ਸਟੇਟਸ ਆਫ ਹਾਰਟੀਕਲਚਰ ਕ੍ਰੌਪਸ ਇਨ ਇੰਡੀਆ।
ਅੱਜ ਦੀ ਡੇਟ ਵਿੱਚ ਇਸ ਦਾ ਜੋ ਪ੍ਰੈਜ਼ੈਂਟ ਸਟੇਟਸ ਕੀ ਆ। ਜੇ ਆਪਾਂ ਗੌਰਮੈਂਟ ਆਫ ਇੰਡੀਆ ਦੇ ਜੋ ਸਿਨੈਰੀਓ ਸੀ 2016-17 ਉਸ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ 24 ਮਿਲੀਅਨ ਹੈਕਟੇਅਰ ਵਿੱਚ ਇਸ ਦੀ ਜਿਹੜੀ ਆਪਾਂ ਕ੍ਰੌਪ ਜਿੱਥੇ ਆਪਾਂ ਉਗਾਈ ਗਈ ਆ, ਅਤੇ ਜਿਹੜਾ ਆਪਣੇ ਇੰਡੀਆ ਦੀ ਟੋਟਲ ਜ਼ਮੀਨ ਦਾ ਸਿਰਫ 7% ਹਿੱਸਾ। ਔਰ ਤੁਸੀਂ ਦੇਖੋ ਕਿ 7% ਕਰਨ ਦੇ ਬਾਵਜੂਦ ਵੀ ਆਪਾਂ ਕੀ ਵਰਲਡ ਦੇ ਵਿੱਚ ਸੈਕਿੰਡ ਪੋਜੀਸ਼ਨ 'ਤੇ ਆਫਟਰ ਚਾਈਨਾਸ। ਔਰ ਉਸ ਤੋਂ ਬਾਅਦ ਕੀ ਆ ਵੀ ਜਿਹਦੇ ਵਿੱਚ ਅਗਲਾ ਹੈ ਹਾਰਟੀਕਲਚਰ ਪ੍ਰੋਡਿਊਸ ਇਜ਼ ਐਸਟੀਮੇਟਡ ਅਰਾਊਂਡ 295 ਮਿਲੀਅਨ ਟਨਸ, ਔਰ ਜਿਹਦੇ ਵਿੱਚ ਕੀ ਹੈ 175 ਮਿਲੀਅਨ ਆਪਣੀਆਂ ਵੈਜੀਟੇਬਲਸ ਨੇ ਅਤੇ 92 ਮਿਲੀਅਨ ਟਨਸ ਕੀ ਆਪਣੇ ਫਰੂਟਸ ਨੇ। ਇਹ ਸਾਰਾ ਬੱਚੀ ਜੋ ਆਪਣਾ ਹੈ ਸਟੇਟਸ ਆ ਇਹ 2016-17 ਦਾ ਵਾ। ਅਗਲਾ ਹੈ ਇੰਪੋਰਟੈਂਟ ਹਾਰਟੀਕਲਚਰ ਕ੍ਰੌਪਸ ਐਂਡ ਦੇਅਰ ਗਰੋਇੰਗ ਰੀਜਨ ਇਨ ਇੰਡੀਆ। ਕੁਛ ਕੁ ਇੰਡੀਆ ਦੇ ਰੀਜਨਸ ਜਿਨ੍ਹਾਂ ਦੇ ਵਿੱਚ ਆਪਾਂ ਹਾਰਟੀਕਲਚਰ ਕ੍ਰੌਪ ਦੀ ਖੇਤੀ ਕਰਦੇ ਹਾਂ, ਉਹ ਬੱਚੇ ਕਿਹੜੇ ਕਿਹੜੇ ਹਨ। ਹੁਣ ਸਭ ਤੋਂ ਪਹਿਲਾਂ ਆਪਾਂ ਨੌਰਥ ਏਰੀਆ ਦੀ ਗੱਲ ਕਰਦੇ, ਜਿਸ ਦੇ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਇਹ ਸਾਰੇ ਆ ਜਾਂਦੇ ਨੇ। ਇਹਦੇ ਵਿੱਚ ਕੀ ਆ, ਪਹਿਲਾਂ ਤਾਂ ਹੈ ਬੱਚੇ ਹਰਿਆਣਾ ਦੇ ਵਿੱਚ ਆਪਾਂ ਜ਼ਿਆਦਾਤਰ ਬੋਟਲਗਾਰਡ ਅਤੇ ਮੈਰੀਗੋਲਡ ਦੀ ਖੇਤੀ ਕਰਦੇ ਹਾਂ। ਔਰ ਹਿਮਾਚਲ 'ਚ ਐਪਲ ਅਤੇ ਪੋਟੈਟੋ ਦੀ, ਜੰਮੂ ਐਂਡ ਕਸ਼ਮੀਰ 'ਚ ਐਪਲ ਦੀ, ਪੰਜਾਬ ਦੇ ਵਿੱਚ ਆਪਾਂ ਸਿਟਰਸ ਫਰੂਟਸ ਦੀ ਖੇਤੀ ਕਰਦੇ ਹਾਂ, ਉੱਤਰਾਖੰਡ 'ਚ ਪੋਟੈਟੋ ਦੀ, ਯੂਪੀ ਦੇ ਵਿੱਚ ਆਪਾਂ ਮੈਂਗੋ, ਬਨਾਨਾ, ਪੋਟੈਟੋ, ਸਵੀਟ ਪੋਟੈਟੋ, ਵਾਟਰਮੈਲਨ ਅਤੇ ਜੈਸਮਿਨ ਦੀ ਖੇਤੀ ਕਰਦੇ ਹਾਂ। ਅਤੇ ਰਾਜਸਥਾਨ ਦੇ ਵਿੱਚ ਕੀ ਆਪਾਂ ਪੋਮਗ੍ਰੈਂਟ, ਔਨੀਅਨ, ਜੈਸਮਿਨ ਅਤੇ ਟਿਊਬਰਸ ਦੀ ਖੇਤੀ ਕਰਦੇ ਹਾਂ। ਉਸ ਤੋਂ ਬਾਅਦ ਬੱਚੇ ਜਿਹੜਾ ਵੈਸਟ ਦੇ ਵਿੱਚ ਕਿਹੜੇ ਆ ਜਾਂਦੇ, ਛੱਤੀਸਗੜ੍ਹ, ਗੋਆ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਇਹ ਜਿੰਨੇ ਵੀ ਸਟੇਟਸ ਨੇ ਇਹ ਸਾਰੀਆਂ ਵੈਸਟ ਦੇ ਵਿੱਚ ਆਉਂਦੀਆਂ ਨੇ। ਹੁਣ ਛੱਤੀਸਗੜ੍ਹ ਦੇ ਵਿੱਚ ਆਪਾਂ ਮੋਸਟਲੀ ਬੋਟਲਗਾਰਡ ਅਤੇ ਰੋਜ਼ ਦੀ ਖੇਤੀ ਹੁੰਦੀ ਆ। ਗੋਆ ਦੇ ਵਿੱਚ ਬੱਚੇ ਕੋਕੋਨਟ, ਐਲਕੇਨਟ, ਕੈਸ਼ੂਨਟ ਇਸ ਦੀ ਖੇਤੀ। ਗੁਜਰਾਤ ਦੇ ਵਿੱਚ ਬਨਾਨਾ, ਪਪਾਇਆ, ਸਪੋਟਾ ਦੀ। ਮਹਾਰਾਸ਼ਟਰ 'ਚ ਮੈਂਗੋ, ਬਨਾਨਾ, ਗ੍ਰੇਪਸ, ਸਿਟਰਸ ਫਰੂਟ, ਸਪੋਟਾ ਇਹਨਾਂ ਦੀ ਖੇਤੀ ਹੁੰਦੀ ਆ। ਅਤੇ ਐਮਪੀ ਦੇ ਵਿੱਚ ਬੱਚੇ ਸਿਟਰਸ ਫਰੂਟ, ਪਪਾਇਆ, ਪੋਮਗ੍ਰੈਂਟ ਅਤੇ ਚਿੱਲੀ ਦੀ ਖੇਤੀ ਲਈ ਬਲਕ ਦੇ ਵਿੱਚ ਹੁੰਦੀ ਹੈ। ਅਗਲਾ ਹੈ ਬੱਚੇ ਸਾਊਥ ਦੇ ਵਿੱਚ ਕੀ ਆ, ਆਂਧਰਾ ਪ੍ਰਦੇਸ਼ 'ਤੇ ਆਪਾਂ ਮੈਂਗੋ, ਬਨਾਨਾ, ਗ੍ਰੇਪਸ, ਸਿਟਰਸ ਫਰੂਟ ਅਤੇ ਪਪਾਇਆ ਦੀ ਖੇਤੀ ਜ਼ਿਆਦਾਤਰ ਕਰਦੇ ਹਾਂ। ਕਰਨਾਟਕਾ ਦੇ ਵਿੱਚ ਮੈਂਗੋ, ਬਨਾਨਾ, ਗ੍ਰੇਪਸ, ਪਪਾਇਆ, ਸਪੋਟਾ, ਚਿੱਲੀ, ਓਨੀਅਨ ਇਸ ਦੀ ਖੇਤੀ ਕਰਦੇ ਹਾਂ, ਜੋ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਐਂਡ ਕੇਰਲਾ ਦੇ ਵਿੱਚ ਬੱਚੇ ਤੁਸੀਂ ਬਨਾਨਾ, ਕੋਕੋਨਟ, ਸਵੀਟ ਪੋਟੈਟੋ ਦੀ ਖੇਤੀ ਕਰਦੇ ਹੋ। ਔਰ ਉਸ ਤੋਂ ਬੱਚੇ ਅੱਗੇ ਹੈ ਈਸਟ ਦੇ ਵਿੱਚ ਤੁਸੀਂ ਅੰਡੇਮਾਨ ਐਂਡ ਨਿਕੋਬਾਰ ਦੇ ਵਿੱਚ ਕੋਕੋਨਟ ਦੀ ਖੇਤੀ ਜ਼ਿਆਦਾਤਰ ਹੁੰਦੀ ਆ। ਬਿਹਾਰ ਦੇ ਵਿੱਚ ਬੱਚੇ ਮੈਂਗੋ, ਚਿੱਲੀ, ਪੋਟੈਟੋ ਦੀ ਖੇਤੀ ਜ਼ਿਆਦਾਤਰ ਹੁੰਦੀ ਹੈ। ਵੈਸਟ ਬੰਗਾਲ 'ਚ ਕੋਕੋਨਟ, ਪੋਟੈਟੋ, ਸਵੀਟ ਪੋਟੈਟੋ ਅਤੇ ਵਾਟਰਮੈਲਨ ਦੀ ਖੇਤੀ ਹੁੰਦੀ ਹੈ, ਜੋ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ। ਔਰ ਨੌਰਥ ਈਸਟ ਏਰੀਆ ਦੇ ਵਿੱਚ ਤੁਸੀਂ ਟੋਟਲੀ ਜਿਹੜੀਆਂ ਕ੍ਰੌਪਸ ਉੱਗਦੀਆਂ ਨੇ ਉਸ ਦੀ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ। ਅਗਲਾ ਬੱਚੀ ਇੰਪਲੋਇਮੈਂਟ ਓਪਰਚੁਨਿਟੀ ਇਨ ਹਾਰਟੀਕਲਚਰ। ਇੱਕ ਇੰਪਲੋਇਮੈਂਟ ਦੀਆਂ ਓਪਰਚੁਨਿਟੀਜ਼ ਕਿਹੜੀਆਂ ਨੇ ਹਾਰਟੀਕਲਚਰ ਦੇ ਵਿੱਚ, ਆਪਾਂ ਉਸ ਬਾਰੇ ਅੱਗੇ ਪੜ੍ਹਾਂਗੇ। ਇਹਦੇ ਵਿੱਚ ਤੁਸੀਂ ਵੇਰੀਅਸ ਤਰ੍ਹਾਂ ਦੀਆਂ ਜੋਬਸ ਜਿਹੜੀਆਂ ਤੁਸੀਂ ਕਰ ਸਕਦੇ ਹੋ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵੇ ਦੇ ਨਾਲ। ਔਰ ਉਹ ਜੋਬਸ ਜਿਹੜੀਆਂ ਤੁਹਾਡੀਆਂ ਇਨਡੋਰ ਵੀ ਹੋ ਸਕਦੀਆਂ ਨੇ, ਆਊਟਡੋਰ ਵੀ ਹੋ ਸਕਦੀਆਂ ਨੇ। ਔਰ ਇਹਦੇ ਵਿੱਚ ਵੀ ਤੁਹਾਨੂੰ ਸਭ ਤੋਂ ਮੇਨ ਚੀਜ਼ ਹੈਗਾ ਉਸ ਫੀਲਡ ਦੇ ਵਿੱਚ ਪ੍ਰੋਪਰ ਤੁਹਾਨੂੰ ਨੌਲੇਜ ਰਿਕੁਆਇਰ ਹੋਣੀ ਚਾਹੀਦੀ ਆ। ਸਭ ਤੋਂ ਪਹਿਲਾਂ ਹੈ ਟਫ ਗਲਾਸ ਓਪਰੇਸ਼ਨ। ਹੁਣ ਇਸ ਦੇ ਵਿੱਚ ਤੁਸੀਂ ਕਿਹੜੀਆਂ ਜਿਹੜੀਆਂ ਜੋਬਸ ਉਹ ਦੇਖ ਸਕਦੇ ਹੋ। ਫਸਟ ਆਫ ਆਲ ਹੈ ਲੈਂਡਸਕੇਪ ਟੈਕਨੀਸ਼ੀਅਨ। ਹੁਣ ਦੂਸਰੀ ਹੈ ਗੋਲਫ ਕੋਰਸ ਆਰਕੀਟੈਕਟ, ਜੋ ਗੋਲਫ ਗਰਾਊਂਡ ਦੇ ਵਿੱਚ ਕੀ ਇੱਕ ਡਿਜ਼ਾਈਨ ਵਗੈਰਾ ਕਰਦੇ ਹਨ ਉਸ ਦੀ। ਔਰ ਤੀਸਰਾ ਹੈ ਗੋਲਫ ਕੋਰਸ ਸੁਪਰੀਡੈਂਟ, ਇਸ ਦੀ ਕਰ ਸਕਦੇ ਹੋ। ਅੱਗੇ ਹੈ ਕ੍ਰੌਪ ਪ੍ਰੋਡਕਸ਼ਨ। ਇਸ ਦੇ ਵਿੱਚ ਕੀ ਬੱਚੇ ਫਾਰਮ ਮੈਨੇਜਰ ਦੀ ਇੱਕ ਤਾਂ ਕਰ ਸਕਦੇ ਹੋ ਤੁਸੀਂ, ਦੂਸਰਾ ਤੁਸੀਂ ਕਰ ਸਕਦੇ ਹੋ ਕ੍ਰੌਪ ਗਰੋਵਰ ਦੀ। ਔਰ ਇੱਕ ਉਸ ਤੋਂ ਬਾਅਦ ਬੱਚੇ ਆ ਜਾਂਦਾ ਵਾ ਨਰਸਰੀ ਓਪਰੇਸ਼ਨ ਦੇ ਵਿੱਚ ਤੁਸੀਂ ਨਰਸਰੀ ਮੈਨੇਜਰ ਦੀ ਪੋਸਟ ਵੀ ਕਰ ਸਕਦੇ ਹੋ, ਪ੍ਰੋਪਾਗੇਟਰ ਦੀ ਪੋਸਟ ਵੀ ਕਰ ਸਕਦੇ ਹੋ, ਫੀਲਡ ਸੁਪਰਵਾਈਜ਼ਰ ਦੀ ਵੀ, ਪਲਾਂਟ ਟੈਕਨੀਸ਼ੀਅਨ ਦੀ ਅਤੇ ਸੇਲਸ ਪਰਸਨ ਦੀ ਵੀ ਇਹ ਜੋਬਸ ਤੁਸੀਂ ਨਰਸਰੀ ਓਪਰੇਟਰ ਦੇ ਵਿੱਚ ਕਰ ਸਕਦੇ ਹੋ। ਅਗਲਾ ਹੈ ਫਲੋਰਿਸਟ ਓਪਰੇਸ਼ਨਸ। ਇਹਦੇ ਵਿੱਚ ਇੱਕ ਤਾਂ ਤੁਸੀਂ ਫਲੋਰਲ ਡਿਜ਼ਾਈਨਰ ਇਸ ਦੀ ਪੋਸਟ ਕਰ ਸਕਦੇ ਹੋ, ਸਟੋਰ ਮੈਨੇਜਰ ਦੀ ਇੱਕ ਇਸ ਦੇ ਵਿੱਚ ਇੱਕ ਪੋਸਟ ਹੈ। ਔਰ ਪਲਾਂਟ ਰੈਂਟਲ ਸੁਪਰਵਾਈਜ਼ਰ, ਇਹ ਵੀ ਇੱਕ ਤਰ੍ਹਾਂ ਦੀ ਜੋਬ ਹੈ ਜੋ ਆਪਾਂ ਹਾਰਟੀਕਲਚਰ ਦੀ ਖੇਤੀ ਦੇ ਦੌਰਾਨ ਕਰ ਸਕਦੇ ਹਾਂ।
ਅੱਗੇ ਹੈ ਬੱਚੇ ਐਜੂਕੇਸ਼ਨ ਦੇ ਵਿੱਚ ਕੀ ਆ, ਤੁਸੀਂ ਟੀਚਰ ਬਣ ਸਕਦੇ ਹੋ, ਟ੍ਰੇਨਰ ਬਣ ਸਕਦੇ ਹੋ, ਬੱਚਿਆਂ ਨੂੰ ਇਸ ਰਿਗਾਰਡਿੰਗ ਪ੍ਰੋਫੈਸਰ ਬਣ ਕੇ ਇਸ ਰਿਗਾਰਡਿੰਗ ਨੌਲੇਜ ਪ੍ਰੋਵਾਈਡ ਕਰ ਸਕਦੇ ਹੋ। ਤੁਸੀਂ ਰਿਸਰਚਰ ਹੋ ਸਕਦੇ ਹੋ ਔਰ ਕਿਸੇ ਕ੍ਰੌਪ ਦੇ ਵਿੱਚ ਵੀ, ਅਤੇ ਐਕਸਟੈਂਸ਼ਨ ਪਰਸਨ ਹੋ ਸਕਦੇ ਹੋ ਵੀ। ਇੱਕ ਸੋਰਸ ਪਰਸਨ ਹੋਵੇਂਗੇ ਜੋ ਤੁਸੀਂ ਜੋ ਯੂਨੀਵਰਸਿਟੀ ਦੀ ਹਦਾਇਤਾਂ ਅਨੁਸਾਰ ਜੇ ਫਾਰਮਰ ਨੂੰ ਤੁਸੀਂ ਜਾਂ ਨਰਸਰੀ ਮੈਨੇਜਰ ਨੂੰ ਤੁਸੀਂ ਖੇਤੀ ਕਰਨ ਦਾ ਜਾਂ ਪਲਾਂਟ ਗਰੋ ਕਰਨ ਦਾ ਇੱਕ ਤਰੀਕਾ ਸਿਖਾਓਗੇ। ਅਗਲਾ ਹੈ ਬੱਚੇ ਬ੍ਰਾਂਚਸ ਆਫ ਹਾਰਟੀਕਲਚਰ ਐਂਡ ਸਪੈਸ਼ਲ ਹਾਰਟੀਕਲਚਰ ਓਪਰੇਸ਼ਨਸ। ਹਾਰਟੀਕਲਚਰ ਦੀਆਂ ਬ੍ਰਾਂਚਸ ਕਿਹੜੀਆਂ ਨੇ ਅਤੇ ਉਸ ਦੇ ਸਪੈਸ਼ਲ ਹਾਰਟੀਕਲਚਰ ਓਪਰੇਸ਼ਨ ਕਿਹੜੇ ਕਿਹੜੇ ਆ। ਸਭ ਤੋਂ ਪਹਿਲਾਂ ਤਾਂ ਹਾਰਟੀਕਲਚਰ ਇਜ਼ ਇੱਕ ਬਹੁਤ ਇੰਪੋਰਟੈਂਟ ਟਰਮ ਆ, ਬਹੁਤ ਇੰਪੋਰਟੈਂਟ ਇਹ ਬ੍ਰਾਂਚ ਆ, ਜਿਸ ਦੇ ਵਿੱਚ ਆਪਾਂ ਅੱਗੇ ਉਸਨੂੰ 4 ਬ੍ਰਾਂਚਸ ਦੇ ਵਿੱਚ ਡਿਵਾਈਡ ਕਰਤਾ। ਸਭ ਤੋਂ ਪਹਿਲਾਂ ਤਾਂ ਹੈ ਪੋਮੋਲੋਜੀ। ਇਹ ਬੱਚੇ ਲੈਟਿਨ ਭਾਸ਼ਾ ਦੇ ਵਰਡ ਪੋਮੋ ਐਂਡ ਲੋਗਸ ਤੋਂ ਰਲ ਕੇ ਬਣੀ ਆ। ਪੋਮੋ ਮੀਨ ਫਰੂਟ ਅਤੇ ਲੋਗਸ ਮੀਨ ਕੀ ਸਟੱਡੀ। ਇੱਕ ਸਾਇੰਟੀਫਿਕ ਵੇ ਨਾਲ, ਇੱਕ ਸਾਇੰਟੀਫਿਕ ਤਰੀਕੇ ਨਾਲ ਫੁੱਲਾਂ ਦੀ ਖੇਤੀ ਕਰਨ ਨੂੰ ਆਪਾਂ ਪੋਮੋਲੋਜੀ ਕਹਿੰਦੇ ਹਾਂ। ਅਗਲਾ ਹੈ ਓਲੇਰੀ ਕਲਚਰ। ਓਲੇਰੀ ਕਲਚਰ ਮੀਨ ਕਿ ਇਹ ਵੀ ਇੱਕ ਲੈਟਿਨ ਭਾਸ਼ਾ ਦੇ ਵਰਡ ਰਲ ਕੇ ਬਣਿਆ ਹੈ, ਔਰ ਇਸ ਦੇ ਵਿੱਚ ਤੁਸੀਂ ਇੱਕ ਸਾਇੰਟੀਫਿਕ ਵੇ ਨਾਲ ਉਸ ਦੀਆਂ ਖਾਮੀਆਂ ਨੂੰ, ਉਸ ਨੂੰ ਟੈਕਨੀਕਲੀ ਵੇ ਨਾਲ ਉਸ ਦੇ ਇਨਸੈਕਟ ਪੈਸਟ ਨੂੰ ਖ਼ਤਮ ਕਰਕੇ ਵੈਜੀਟੇਬਲਸ ਦੀ ਖੇਤੀ ਨੂੰ ਤੁਸੀਂ ਓਲੇਰੀ ਕਲਚਰ ਕਹਿੰਦੇ ਹੋ। ਅਗਲਾ ਹੈ ਬੱਚੇ ਫਲੋਰੀਕਲਚਰ। ਜਿਹੜੀ ਇਹ ਟਰਮ ਆ, ਇਸ ਤੋਂ ਇਹ ਸਾਬਤ ਹੁੰਦਾ ਕਿ ਤੁਸੀਂ ਇੱਕ ਸਾਇੰਟੀਫਿਕ ਵੇ ਦੇ ਨਾਲ ਫੁੱਲਾਂ ਦੀ ਖੇਤੀ ਕਰਨਾ। ਔਰ ਜੋ ਇੱਕ ਫਲੋਰੀਕਲਚਰ ਆ, ਇਹਦੇ ਵਿੱਚ ਇੱਕ ਹੋਰ ਟਰਮ ਹੁੰਦੀ ਹੈ ਲੈਂਡਸਕੇਪਿੰਗ। ਉਹ ਵੀ ਇੱਕ ਆਪਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਡਿਊਰਿੰਗ, ਜਦੋਂ ਤੁਸੀਂ ਆਪਾਂ ਇਹ ਕਹਿ ਲਈਏ ਵੀ ਜਦੋਂ ਆਪਾਂ ਕੋਈ ਨਿਊ ਬਿਲਡਿੰਗ ਬਣਦੀ ਆ ਜਾਂ ਨਿਊ ਗੋਲਫ ਗਰਾਊਂਡ ਬਣਦਾ ਵਾ, ਨਿਊ ਸਕੂਲ ਬਣਦੇ ਨੇ, ਕੋਈ ਵੀ ਆਪਣਾ ਫਾਰਮ ਹੋਵੇ ਜਿੱਥੇ ਤੁਸੀਂ ਲੈਂਡਸਕੇਪਿੰਗ ਦੀ ਇੱਕ ਬਹੁਤ ਇੰਪੋਰਟੈਂਟ ਰੋਲ ਆ, ਕਿਉਂਕਿ ਇਹ ਇੱਕ ਸੁੰਦਰਤਾ ਜਾਂ ਦਿੱਖ ਦਿਖਾਉਣ ਦੇ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਆ। ਅਗਲਾ ਹੈ ਬੱਚੇ ਪੋਸਟ ਹਾਰਵੈਸਟ ਟੈਕਨੋਲੋਜੀ। ਇਟ ਇਜ਼ ਅ ਬ੍ਰਾਂਚ ਆਫ ਹਾਰਟੀਕਲਚਰ ਵਿਚ ਡੀਲਸ ਵਿਦ ਦਾ ਪ੍ਰਿੰਸੀਪਲ ਐਂਡ ਪ੍ਰੈਕਟਿਸਿਸ ਆਫ ਹੈਂਡਲਿੰਗ, ਪੈਕੇਜਿੰਗ ਐਂਡ ਪ੍ਰੋਸੈਸਿੰਗ। ਇੱਕ ਬੱਚੇ ਹਾਰਟੀਕਲਚਰ ਦੀ ਉਹ ਟਰਮ ਆ ਜਿਸ ਦੇ ਵਿੱਚ ਤੁਸੀਂ ਪਲਾਂਟ ਦੇ ਉੱਪਰੋਂ ਫਰੂਟ ਨੂੰ ਕਿਵੇਂ ਤੁਸੀਂ ਪਿਕ ਕਰਨਾ, ਕਿਵੇਂ ਉਹਨੂੰ ਕੈਰੀ ਕਰਨਾ, ਔਰ ਕਿਵੇਂ ਉਸਦੀ ਪ੍ਰੋਸੈਸਿੰਗ ਕਰਕੇ ਉਸ ਨੂੰ ਮਾਰਕੀਟ ਦੇ ਵਿੱਚ ਵੇਚਣ ਲਈ ਭੇਜਣਾ। ਇਹ ਸਾਰਾ ਕੁਛ ਪੋਸਟ ਹਾਰਵੈਸਟ ਟੈਕਨੋਲੋਜੀ ਦੇ ਵਿੱਚ ਆਉਂਦਾ ਹੈ। ਅਗਲਾ ਹੈ ਬੱਚੇ ਡਿਫਰੈਂਸ ਬਿਟਵੀਨ ਫਰੂਟਸ ਐਂਡ ਵੈਜੀਟੇਬਲਸ। ਫਰੂਟ ਅਤੇ ਵੈਜੀਟੇਬਲ ਦੇ ਵਿੱਚ ਕੀ ਡਿਫਰੈਂਸ ਵਾ। ਜਿੰਨੇ ਵੀ ਜ਼ਿਆਦਾਤਰ ਫਰੂਟਸ ਆ ਉਹ ਪੀਰੀਅਡਸ ਹੁੰਦੇ ਹਨ, ਮੀਨ ਕਿ ਉਹਨਾਂ ਦਾ ਜੋ ਸਮਾਂ ਹੈ 2 ਜਾਂ 2 ਸਾਲ ਤੋਂ ਜ਼ਿਆਦਾ ਹੋਊਗਾ। ਅਤੇ ਜਿੰਨੇ ਵੈਜੀਟੇਬਲਸ ਹੁੰਦੇ ਹਨ ਇਹ ਸਾਰੇ ਐਨੂਅਲਸ ਹੁੰਦੇ ਹੋਣਗੇ। ਜਿੰਨੇ ਵੀ ਫਰੂਟਸ ਆ ਉਹ ਜਨਰਲੀ ਕਿ ਵੁੱਡੀ ਨੇਚਰ ਦੇ ਹੋਣਗੇ, ਅਤੇ ਜਿੰਨੇ ਵੀ ਵੈਜੀਟੇਬਲਸ ਨੇ ਉਹ ਹਾਈਵੋਈਅਸ ਐਂਡ ਸਕੂਲੈਂਟ ਹੋਣਗੇ। ਜਿੰਨੇ ਫਰੂਟਸ ਆ ਦੇ ਆਰ ਕਮਰਸ਼ਲੀ ਪ੍ਰੋਪਾਗੇਟਡ ਆ ਸੈਕਸ਼ੂਅਲੀ, ਅਤੇ ਜਿੰਨੀ ਵੈਜੀਟੇਬਲਸ ਨੇ ਦੇ ਆਰ ਕਮਰਸ਼ਲੀ ਪ੍ਰੋਪਾਗੇਟਡ ਆ ਸੈਕਸ਼ੂਅਲੀ ਬਾਈ ਸੀਡ। ਫੂਡ ਪਲਾਂਟਸ ਰਿਕੁਆਇਰ ਸਪੈਸ਼ਲ ਕਲਚਰਲ ਪ੍ਰੈਕਟਿਸਿਸ, ਜਿਵੇਂ ਟ੍ਰੇਨਿੰਗ ਅਤੇ ਪ੍ਰੂਨਿੰਗ। ਇਹ ਉਸ ਦੀਆਂ ਸਪੈਸ਼ਲ ਪ੍ਰੈਕਟਿਸਿਸ ਨੇ ਫਰੂਟ ਦੀਆਂ, ਅਤੇ ਇਸ ਦੇ ਵਿੱਚ ਸੀਜ਼ਨਲ ਅਤੇ ਓਨਲੀ ਸਟੇਕਿੰਗ ਜੋ ਐਂਡ ਪ੍ਰੂਨਿੰਗ ਆਰ ਰਿਕੁਆਇਰ ਇਨ ਸਮ ਕ੍ਰੌਪਸ। ਅਗਲਾ ਹੈ ਫਰੂਟ ਦੇ ਵਿੱਚ ਬੱਚੇ ਕਿ ਇਹ ਮੋਸਟਲੀ ਕੰਜ਼ਿਊਮ ਆਫਟਰ ਰਿਪਨਿੰਗ। ਇਹ ਫਰੈਸ਼ ਹੀ ਆਪਾਂ ਇਸ ਨੂੰ ਯੂਜ਼ ਕਰਦੇ ਹਾਂ, ਅਤੇ ਜੋ ਵੈਜੀਟੇਬਲਸ ਨੇ ਇਸ ਦਾ ਮੋਸਟਲੀ ਆਪਣਾ ਕੰਜ਼ੰਪਸ਼ਨ ਕੀ ਆ ਕੁਕਿੰਗ ਪਰਪਸ ਵਾਸਤੇ ਇਸ ਨੂੰ ਯੂਜ਼ ਕਰਦੇ ਹਾਂ। ਅਗਲਾ ਹੈ ਬੱਚੇ ਕਲਾਸੀਫਿਕੇਸ਼ਨਸ ਆਫ ਵੈਜੀਟੇਬਲ ਕ੍ਰੌਪਸ। If the growing of vegetable crop is dealt with in detail, it will be lead to much repetitions. It is therefore desirable to classify vegetable crop into certain groups as per the similarities. ਇਸ ਨੂੰ ਕੁਝ ਗਰੁੱਪਸ ਦੇ ਵਿੱਚ ਆਪਾਂ ਜੇ ਆਪਾਂ ਇਸ ਦੀ ਜੋ ਹੈ ਡਿਫਾਈਨ ਕਰਦੇ ਹਾਂ। ਸਭ ਤੋਂ ਪਹਿਲਾ ਹੈ ਬੇਸ ਔਨ ਦਾ ਨੇਚਰ ਆਫ ਦਾ ਪਲਾਂਟ ਸਟੈਂਪ। ਹੁਣ ਉਹ ਕਿਹੜੇ ਹੋਣਗੇ, ਪਹਿਲਾਂ ਤਾਂ ਹਾਰਵੇਰੀਅਸ ਐਂਡ ਸਕੂਲੈਂਟ, ਜਾਂ ਤਾਂ ਇਹ ਲੀਫੀ ਵੈਜੀਟੇਬਲ ਹੋਣਗੇ। ਔਰ ਸ਼ਰਬਸ ਦੇ ਵਿੱਚ ਕੀ ਆ, ਬ੍ਰਿੰਜਲ ਹੋਊਗਾ, ਚਿੱਲੀ ਹੋਊਗਾ, ਟਮਾਟੋ ਹੋਊਗਾ। ਟਰੀਜ਼ ਦੇ ਵਿੱਚ ਕੀ ਡਰਮ ਸਟਿਕ ਅਤੇ ਜੈਕ ਫਰੂਟ ਹੋਊਗਾ। ਵਾਈਨਸ ਦੇ ਵਿੱਚ ਬੱਚੇ ਕੀ ਹੈ, ਕੁੱਕਰ ਬੀਟਸ ਹੋਊਗਾ। ਅਗਲਾ ਹੈ ਬੇਸਡ ਔਨ ਦਾ ਲਾਈਫ ਸਪੈਨ। ਜ਼ਿੰਦਗੀ ਦੇ ਕੀ ਹੋਊਗਾ, ਸੀਡ ਟੂ ਸੀਡ। ਐਨੂਅਲ ਦੇ ਵਿੱਚ ਕੀ ਹੋਣਾ ਬੱਚੇ, ਦਾ ਲਾਈਫ ਸਪੈਨ ਆਫ ਐਨੂਅਲ ਪਲਾਂਟ ਕੀ ਇਜ਼ ਅ ਸੀਜ਼ਨ ਔਰ ਈਅਰ। ਜਿਹੜਾ ਇਸਦਾ ਸਮਾਂ ਕਿ ਇੱਕ ਸੀਜ਼ਨ ਜਾਂ ਇੱਕ ਸਾਲ ਹੋਊਗਾ। ਐਗਜ਼ਾਮਪਲ ਜੋ ਬ੍ਰਿੰਜਲ ਅਤੇ ਚਿੱਲੀ, ਕੈਬੇਜ ਜਾਂ ਕੋਲੀਫਲਾਵਰ। ਅਤੇ ਬਾਈਨੀਅਰਸ ਦੇ ਵਿੱਚ ਉਸਦਾ ਜੋ ਸਮਾਂ ਹੈ
ਉਹ 2 ਸੀਜ਼ਨਸ ਔਰ 2 ਏਅਰ ਲਾਈਕ ਓਨੀਅਨ ਔਰ ਰੈਡਿਸ਼। ਔਰ ਪੇਰਨੀਅਲ ਦੇ ਵਿੱਚ ਕੀ ਜਿਹੜੇ ਵੁੱਡੀ ਨੇਚਰ ਹੋਣਗੇ ਜਿਨ੍ਹਾਂ ਦਾ ਕੀ ਸਮਾਂ 2 ਸਾਲ ਜਾਂ 2 ਸਾਲਾਂ ਤੋਂ ਵੱਧ ਹੋਊਗਾ। ਇਹਨਾਂ ਦੇ ਵਿੱਚ ਡਰਮ ਸਟਿਕ, ਐਸਪਰਗਸ ਅਤੇ ਪੁਆਇੰਟਡ ਗਾਰਡ ਹੋਣਗੇ। ਅਗਲਾ ਹੈ ਬੱਚੇ ਬੇਸਡ ਔਨ ਦਾ ਮੈਥਡ ਆਫ ਕਮਰਸ਼ੀਅਲ ਇਹਦੇ ਵਿੱਚ ਕੀ ਆ ਸੈਕਸ਼ੂਅਲੀ ਪ੍ਰੋਪਾਗੇਟਡ ਕਿਹੜੇ ਹੋਣਗੇ, ਜਿਹੜੇ ਬਾਈ ਸੀਡ ਹੋਣਗੇ। ਬਾਈ ਸੀਡ ਕਿਹੜੇ ਕਿਹੜੇ ਹੋ ਸਕਦੇ ਨੇ, ਬ੍ਰਿੰਜਲ, ਚਿੱਲੀ, ਕਾਲੀਫਲਾਵਰ, ਕੈਬੇਜ, ਕੁਕਰਬਿਟਸ, ਟੋਮੈਟੋ, ਲੀਫੀ ਵੈਜੀਟੇਬਲਸ। ਅਤੇ ਆਹ ਸੈਕਸ਼ੂਅਲੀ ਪ੍ਰੋਪਾਗੇਟਡ ਕਿਹੜੇ ਹੋਣਗੇ, ਜਿਹੜੇ ਵੈਜੀਟੇਟਿਵ ਪਾਰਟ ਹੋਣਗੇ ਐਸਪੈਰਗਸ, ਡਿਸਕੋਰੀਆ, ਪੋਟੈਟੋ, ਸਵੀਟ ਪੋਟੈਟੋ ਅਤੇ ਓਨੀਅਨ। ਅਤੇ ਕਟਿੰਗ ਵਿੱਚ ਕਿਹੜੇ ਹੋਣਗੇ, ਅਸਪਰਗਸ। ਅਤੇ ਬਫਸ ਦੇ ਵਿੱਚ ਹੋਣਗੇ ਓਨੀਅਨ ਅਤੇ ਗਾਰਲਿਕ। ਰਾਈਜ਼ੋਮਸ ਦੇ ਵਿੱਚ ਹੋਣਗੇ ਕੋਲੋਕੇਸ਼ੀਆ, ਗਿੰਗਰ ਅਤੇ ਕੋਲੀਸ। ਟਿਊਬਰਸ ਦੇ ਵਿੱਚ ਹੋਣਗੇ ਪੋਟੈਟੋ ਐਂਡ ਸਵੀਟ ਪੋਟੈਟੋਸ। ਬੇਸਡ ਔਨ ਦਾ ਮੈਥਡ ਆਫ ਪਲਾਂਟਿੰਗ ਦੇ ਵਿੱਚ ਹੋਣਗੇ ਡਾਇਰੈਕਟਲੀ ਸੋਨ ਪਲਾਂਟ ਕਿਹੜੇ ਆ, ਜਿਹਦੇ ਵਿੱਚ ਓਕਰਾ ਹੋਊਗਾ, ਲੈਫੀ ਵੈਜੀਟੇਬਲ ਹੋਮਸਟੇ, ਕੈਰਟ ਹੋਊਗੀ, ਰੈਡਿਸ਼ ਹੋਊਗਾ, ਪੀਸ ਐਂਡ ਬੀਨਸ। ਟਰਾਂਸਪਲਾਂਟਿੰਗ ਮੀਨ ਜਿਹੜੇ ਆਪਾਂ ਇੱਕ ਜਗ੍ਹਾ ਤੋਂ ਨਰਸਰੀ ਤੋਂ ਪੱਟ ਕੇ ਮੇਨ ਫੀਲਡ ਦੇ ਵਿੱਚ ਕੀ ਆਪਾਂ ਪੱਟਦੇ ਹੋਣਗੇ ਟੋਮੈਟੋ, ਬ੍ਰਿੰਜਲ, ਚਿੱਲੀ, ਕਾਲੀਫਲਾਵਰ, ਕੈਬੇਜ, ਓਨੀਅਨ, ਪੋਟੈਟੋ ਐਂਡ ਸਵੀਟ ਪੋਟੈਟੋਸ। ਅਗਲਾ ਹੈ ਕ੍ਰੌਪ ਗਰਾਊਂਡ ਫਰੋਮ ਅੰਡਰਗਰਾਊਂਡ ਪਾਰਟ ਦੇ ਵਿੱਚ ਥੱਲੇ ਜਿਹੜੀਆਂ ਅੰਡਰਗਰਾਊਂਡ ਕ੍ਰੌਪਸ ਉਗਦੇ ਨੇ ਉਹ ਕਿਹੜੀਆਂ ਨੇ। ਫਸਟ ਹੈ ਰੂਟ ਵੈਜੀਟੇਬਲਸ ਦੇ ਵਿੱਚ ਰੈਡਿਸ਼, ਕੈਰਟ, ਟਰਨਿਪ ਅਤੇ ਬੀਟਰੂਟ। ਰਾਈਜ਼ੋਮ ਦੇ ਵਿੱਚ ਕਿਹੜੀ ਹੋਊ, ਕੋਲੋਕੇਸ਼ੀਅਸ ਅਤੇ ਗਿੰਗਰ। ਬਲਬ ਦੇ ਵਿੱਚ ਹੈ ਓਨੀਅਨ ਅਤੇ ਗਾਰਲਿਕ। ਐਂਡ ਟਿਊਬਰ ਦੇ ਵਿੱਚ ਹੈ ਪੋਟੈਟੋ, ਸਵੀਟ ਪੋਟੈਟੋ, ਕਸਾਵਾ ਅਤੇ ਯਾਮ। ਬੇਸਡ ਔਨ ਦਾ ਇੰਟਰਕਲਚਰ ਪ੍ਰੈਕਟਿਸਿਸ ਸੋਲੋਨੇਸ਼ੀਆ ਕ੍ਰੌਪ ਦੇ ਵਿੱਚ ਹੋਣਗੇ ਟੋਮੈਟੋ, ਬ੍ਰਿੰਜਲ, ਚਿੱਲੀ, ਬੈਲ ਪੇਪਰ, ਪੋਟੈਟੋ। ਅਤੇ ਕੋਲ ਕ੍ਰੌਪਸ ਦੇ ਵਿੱਚ ਹੋਊਗੀ ਕੈਬੇਜ, ਕਾਲੀਫਲਾਵਰ, ਨੋਲ ਹੋਲ, ਬਰੋਕਲੀ ਐਂਡ ਬ੍ਰਸਲਸ। ਲੀਫੀ ਵੈਜੀਟੇਬਲ ਦੇ ਵਿੱਚ ਹੋਣਗੇ ਸਪਾਈਨਚ, ਮੇਥੀ, ਲੈਟਿਊਸ ਐਂਡ ਚੁਲਾਈ। ਐਂਡ ਕੁਕਰਬਿਟਸ ਦੇ ਵਿੱਚ ਹੋਣਗੇ ਗਾਰਡਸ, ਮੈਲਨਸ, ਕੁਕੁੰਬਰ ਐਂਡ ਪੰਪਕਿਨ। ਰੂਟ ਕ੍ਰੌਪਸ ਦੇ ਵਿੱਚ ਹੋਣਗੇ ਕੈਰਟ, ਰੈਡਿਸ਼, ਟਰਨਿਪ ਅਤੇ ਬੀਟਰੂਟ। ਜਿਹੜੀ ਇਸ ਦੀ ਕਲਾਈਮੇਟ ਰਿਕੁਆਇਰਮੈਂਟ ਦੇ ਬੇਸਡ ਕਿਹੜੀਆਂ ਹੋਣਗੀਆਂ, ਜਿਹੜੇ ਟੈਂਪਰੇਟ ਵੈਜੀਟੇਬਲ ਕਿਹੜੀਆਂ ਨੇ ਅਤੇ ਟ੍ਰੋਪੀਕਲ ਐਂਡ ਸਬ ਟ੍ਰੋਪੀਕਲ ਵੈਜੀਟੇਬਲਸ ਕਿਹੜੀਆਂ ਨੇ। ਟੈਂਪਰੇਟ ਵੈਜੀਟੇਬਲ ਦੇ ਵਿੱਚ ਆ ਜਾਂਦੇ ਰੈਡਿਸ਼, ਪੋਟੈਟੋ, ਕੈਰਟ ਐਂਡ ਕੈਬੇਜ, ਕਾਲੀਫਲਾਵਰ, ਨੋਲ ਹੋਲ ਅਤੇ ਬਰੋਕਲੀ। ਟ੍ਰੋਪਿਕ ਐਂਡ ਸਬ ਟ੍ਰੋਪੀਕਲ ਵੈਜੀਟੇਬਲ ਦੇ ਵਿੱਚ ਹੋਣਗੇ ਵਾਟਰਮੈਲਨ, ਮਸਕਮੈਲਨ, ਕੁਕੁੰਬਰ, ਟੋਮੈਟੋ ਅਤੇ ਬ੍ਰਿੰਜਲ, ਚਿੱਲੀ ਐਟਸੈਟਰਾ। ਬੱਚੇ ਅਗਲਾ ਹੈ ਇੰਪੋਰਟੈਂਟ ਹਾਰਟੀਕਲਚਰ ਓਪਰੇਸ਼ਨਸ ਕਿਹੜੇ ਕਿਹੜੇ ਹਨ। ਸਭ ਤੋਂ ਪਹਿਲਾਂ ਤਾਂ ਹੈ ਟ੍ਰੇਨਿੰਗ। ਟ੍ਰੇਨਿੰਗ ਕੀ ਹੁੰਦਾ ਕਿ ਜਦੋਂ ਵੈਨ ਅ ਪਲਾਂਟ ਇਜ਼ ਮੇਡ ਟੂ ਗਰੋ ਵਿਦ ਔਰ ਵਿਦਾਊਟ ਸਪੋਰਟ ਇਨ ਅ ਡਿਜ਼ਾਇਰਡ ਫੈਸ਼ਨ ਬਾਈ ਰਿਮੂਵਿੰਗ ਔਰ ਫਾਸਟਿੰਗ ਸਮ ਇਨ ਆਫ ਇਟਸ ਪਾਰਟ ਵਿਦ ਦਾ ਵਿਊ ਟੂ ਗਿਵ ਇਟ ਬੈਟਰ ਫਰੇਮਵਰਕ। ਜਦੋਂ ਕਿਸੇ ਪਲਾਂਟ ਨੂੰ ਇੱਕ ਚੰਗਾ ਵਿਊ ਜਾਂ ਇੱਕ ਬੈਟਰ ਫਰੇਮਵਰਕ ਦੇਣ ਲਈ ਉਸ ਦੀ ਗਰੋਥ ਵਧੀਆ ਹੋਵੇ, ਉਸ ਨੂੰ ਅਸੀਂ ਟ੍ਰੇਨਿੰਗ ਕਹਿੰਦੇ ਆ। ਸਿਸਟਮ ਆਫ ਟ੍ਰੇਨਿੰਗ ਵਿੱਚ ਇਹ 3 ਤਰ੍ਹਾਂ ਦੀ ਹੋਗੀ। ਫਸਟ ਹੈ ਸੈਂਟਰ ਲੀਡਰ ਸਿਸਟਮ, ਸੈਕਿੰਡ ਹੈ ਓਪਨ ਸੈਂਟਰ ਸਿਸਟਮ ਅਤੇ ਥਰਡ ਹੈ ਮੋਡੀਫਾਈ ਸੈਂਟਰ ਸਿਸਟਮ। ਸੈਂਟਰ ਲੀਡਰ ਸਿਸਟਮ ਦੇ ਵਿੱਚ ਬੱਚੇ ਕਿਉਂ ਇਨ ਦਿਸ ਸਿਸਟਮ ਦਾ ਮੇਨ ਸਟੈਂਪ ਆਫ ਅ ਟਰੀ ਇਜ਼ ਅਲਾਉਡ ਟੂ ਗਰੋ ਸਟੇਟ ਫਰੋਮ ਦਾ ਗਰਾਊਂਡ ਲੈਵਲ ਟੂ ਟੋਪ। ਜਿਹੜੀ ਕਿ ਸਟ੍ਰੇਟ ਹੋਊਗੀ ਗਰਾਊਂਡ ਲੈਵਲ ਟੂ ਟੋਪ ਨੂੰ ਜਾਊਗੀ, ਉਸ ਨੂੰ ਅਸੀਂ ਸੈਂਟਰ ਲੀਡਰ ਸਿਸਟਮ ਕਹਿੰਦੇ ਹਾਂ। ਅਗਲਾ ਹੈ ਓਪਨ ਸੈਂਟਰ ਸਿਸਟਮ। ਇਸ ਦੇ ਵਿੱਚ ਕੀ ਹੈ ਕਿ ਜਦੋਂ ਜਿਹੜੀ ਇੱਕ ਉਸ ਦੀਆਂ ਲਿਟਲ ਬ੍ਰਾਂਚਸ ਆ ਉਹ ਲੋ ਹੈਡਡ ਹੋਣਗੀਆਂ ਅਤੇ ਉਹ ਓਪਨ ਦਾ ਸੈਂਟਰ ਟਰੀ, ਉਸ ਨੂੰ ਆਪਾਂ ਓਪਨ ਸੈਂਟਰ ਸਿਸਟਮ ਕਹਿੰਦੇ ਹਾਂ। ਮੋਡੀਫਾਈ ਲੀਡਰ ਸਿਸਟਮ 'ਚ ਕੀ ਹੁੰਦਾ, ਦਿਸ ਸਿਸਟਮ ਇਜ਼ ਦਾ ਮੋਡੀਫਿਕੇਸ਼ਨ ਆਫ ਦਾ ਸੈਂਟਰਲ ਲੀਡਰ ਸਿਸਟਮ ਐਂਡ ਦਾ ਓਪਨ ਸੈਂਟਰ ਸਿਸਟਮ। ਦਾ ਮੇਨ ਸਟੈਂਪ ਗਰੋਸ ਫॉर ਅ ਫਿਊ ਈਅਰਸ ਐਂਡ ਆਫਟਰ ਸਮ ਟਾਈਮ ਲਿਟਲ ਬ੍ਰਾਂਚਸ ਇੰਡਿਊਸ ਆ ਗਰੋ। ਇਹਦੇ ਵਿੱਚ ਕੀ ਆ ਕਿ ਇੱਕ ਸਿੰਗਲ ਜਿਹੜੀ ਸਟੈਂਪ ਆ ਉਹ ਕਾਫੀ ਸਾਲ ਗਰੋ ਰਹੂਗੀ, ਉਸ ਤੋਂ ਬਾਅਦ ਜਿਹੜੀਆਂ ਉਸਦੀਆਂ ਦੂਸਰੀਆਂ ਬ੍ਰਾਂਚਸ ਆ ਉਹ ਗਰੋ ਹੋਣਾ ਸ਼ੁਰੂ ਕਰਦੀਆਂ ਹਨ। ਵਿਚ ਆਰ ਵਾਈਡਲੀ ਸਪੇਸਡ ਐਂਡ ਸਪਰੈਡ ਔਨ ਆਲ ਸਾਈਡ ਨੋਟ ਐਸ ਇਨ ਦਾ ਓਪਨ ਸੈਂਟਰ ਸਿਸਟਮ। ਪ੍ਰੂਨਿੰਗ ਦੇ ਵਿੱਚ ਬੱਚੇ ਕੀ ਹੋਊਗਾ ਵੀ ਜਿਸ ਦੇ ਵਿੱਚ ਕੀ ਆ ਤੁਸੀਂ ਪਲਾਂਟ ਦਾ ਅਨਵਾਂਟਡ ਪਾਰਟਸ ਨੂੰ ਕੱਟ ਕਰਕੇ ਉਸ ਨੂੰ ਪ੍ਰੋਪਰ ਸ਼ੇਪ ਨੂੰ ਤੁਸੀਂ ਪ੍ਰੂਨਿੰਗ ਕਹਿੰਦੇ ਆ, ਜਿਸ ਨਾਲ ਕਿ ਆਪਣੀ ਪਲਾਂਟ ਇੱਕ ਤਾਂ ਉਸ ਦੇ ਵਿੱਚ ਜੋ ਪ੍ਰੋਪਰ ਸਨਸ਼ਾਈਨ ਹੋਊਗੀ, ਜਿਸ ਨਾਲ ਪਲਾਂਟ ਦੀ ਗਰੋ ਹੋਊਗੀ, ਉਸ ਦੀ ਈਲਡ ਦੇ ਵਿੱਚ ਕੀ ਵਾਧਾ ਹੋਊਗਾ। ਔਰ ਅਗਰ ਉਸ ਦੇ ਵਿੱਚ ਸਨਸ਼ਾਈਨ ਜ਼ਿਆਦਾ ਹੋਊਗੀ ਤਾਂ ਆਟੋਮੈਟਿਕਲੀ ਤੁਸੀਂ ਦੇਖੋਗੇ ਕਿ ਫੋਟੋਸਿੰਥੇਸਿਸ ਰੇਟ ਜ਼ਿਆਦਾ ਹੋਊਗਾ, ਜਿਸ ਨਾਲ ਕਿ ਉਹ ਭੋਜਨ ਬਣਾਉਣ 'ਚ ਉਸ ਨੂੰ ਪਲਾਂਟ ਨੂੰ ਆਸਾਨੀ ਹੋਊਗੀ। ਐਂਡ ਮੇਨ ਥਿੰਗ ਇਜ਼ ਡੈਟ ਕਿ ਜੋ ਆਪਣਾ ਪਲਾਂਟ ਆ ਉਹ ਉਸ ਦੀ ਈਲਡ ਜ਼ਿਆਦਾ ਆਊਗੀ। ਇਹਦੇ ਮੇਨ ਓਬਜੈਕਟਿਵ ਕਿਹੜੇ ਕਿਹੜੇ ਹਨ।
टू मेनटेन फ्लावरिंग एंड फ्रूटिंग बैलेंस। अगला है रेगुलर बेयरिंग इन फ्रूट, लगातार फल देने ਲਈ। टू रिमूव ਪੈਸਟ ਇਨਫੈਕਟਡ ਬ੍ਰਾਂਚਸ, ਉਸ ਦੀਆਂ ਜਿਹੜੀਆਂ ਪੈਸਟ ਇਨਫੈਕਟਡ ਬ੍ਰਾਂਚਸ ਉਸ ਨੂੰ ਰਿਮੂਵ ਕਰਨ ਲਈ। ਟੂ ਇੰਸ਼ੋਰ ਐਡਵੋਕੇਟ ਸਨਲਾਈਟ ਫॉर ਪਲਾਂਟ ਗਰੋਥ, ਉਸ ਪਲਾਂਟ ਦੇ ਵਿੱਚ ਲਗਾਤਾਰ ਸਨਲਾਈਟ ਜਿਹੜੀ ਪ੍ਰੋਪਰ ਉਸ ਦੇ ਵਿੱਚ ਪਹੁੰਚ ਸਕੇ। ਟੂ ਮੇਨਟੇਨ ਆ ਬੈਲੈਂਸ ਬਿਟਵੀਨ ਵੈਜੀਟੇਟਿਵ ਐਂਡ ਰਿਪਰੋਡਕਟਿਵ ਗਰੋਥ ਸਟੇਜਸ ਦੇ ਵਿੱਚ ਬੈਲੈਂਸ ਰੱਖਣ ਲਈ। ਪ੍ਰੂਨਿੰਗ ਦੀਆਂ ਹੁਣ ਬੱਚੇ ਟਾਈਪਸ ਕਿਹੜੀਆਂ ਨੇ? ਪਹਿਲੀ ਹੈ ਥਿਨਿੰਗ ਆਊਟ, ਦੂਸਰੀ ਹੈ ਹੈਡਿੰਗ ਬੈਕ। ਥਿਨਿੰਗ ਆਊਟ 'ਚ ਕੀ ਹੈ? ਵੈਨ ਅ ਸ਼ੂਟ ਔਰ ਬ੍ਰਾਂਚ ਇਜ਼ ਰਿਮੂਵ ਇੰਟਾਇਰਲੀ ਵਿਦਾਊਟ ਲੀਵਿੰਗ ਐਨੀ ਸਟੱਬ, ਜਦੋਂ ਉਸ ਦੀ ਜਿਹੜੀ ਬ੍ਰਾਂਚ ਰਿਮੂਵ ਕਰਦੇ ਵਿਦਾਊਟ ਲਿਵਿੰਗ ਐਨੀ ਕੋਈ ਵੀ ਸਟੱਬ ਨਾ ਛੱਡੀਏ, ਉਸ ਨੂੰ ਅਸੀਂ ਥਿਨਿੰਗ ਆਊਟ ਕਹਿੰਦੇ ਹਾਂ। ਹੈਡਿੰਗ ਬੈਕ ਦੇ ਵਿੱਚ ਕੀ ਆ? ਉਸ ਦੇ ਵਿੱਚ ਜਦੋਂ ਵੈਨ ਦਾ ਟਰਮੀਨਲ ਪੋਰਸ਼ਨ ਆਫ ਏ ਬ੍ਰਾਂਚ ਔਰ ਸ਼ੂਟ ਇਜ਼ ਰਿਮੂਵ ਪਾਰਸ਼ਲੀ ਲੀਵਿੰਗ ਦਾ ਬੇਸਲ ਪੋਰਸ਼ਨ ਇੰਟੈਕਟ, ਜਿਸ ਦੇ ਉਹਦੇ ਵਿੱਚ ਹੈੱਡ ਤੋਂ ਆਪਾਂ ਇੱਕ ਪੋਰਸ਼ਨ ਉਸਦਾ ਛੱਡ ਦਈਏ, ਉਸ ਨੂੰ ਹੈਡਿੰਗ ਬੈਕ ਕਹਿੰਦੇ ਹਾਂ। ਬਾਕੀ ਸਾਰਾ ਪਾਰਟ ਜਿਹੜਾ ਉਸਦਾ ਕੱਟ ਕਰ ਦਈਏ। ਟਰਾਂਸਪਲਾਂਟਿੰਗ ਬੱਚੇ ਇਸ ਦਾ ਕੀ ਆ ਕਿ ਇਸ ਨੂੰ ਇੱਕ ਕ੍ਰੌਪ ਨੂੰ ਨਰਸਰੀ ਦੇ ਵਿੱਚ ਉਸ ਦੀ ਪਨੀਰੀ ਨੂੰ ਤਿਆਰ ਕਰਨਾ, ਔਰ ਜਦੋਂ ਉਹ ਕੁਛ ਆਫਟਰ 4 ਔਰ 5 ਵੀਕਸ ਉਹ ਲਗਾਉਣ ਦੇ ਕਾਬਲ ਹੋ ਜਾਵੇ ਤਾਂ ਉਸ ਨੂੰ ਉੱਥੋਂ ਪੱਟ ਕੇ ਮੇਨ ਫੀਲਡ ਵਿੱਚ ਟਰਾਂਸਪਲਾਂਟ ਕਰਨ ਨੂੰ ਟਰਾਂਸਪਲਾਂਟਿੰਗ ਕਹਿੰਦੇ ਹਨ। ਇਸ ਦੇ ਬੱਚੇ ਫਾਇਦੇ ਕੀ ਹਨ? ਇੱਕ ਤਾਂ ਆਪਣਾ ਜਿਹੜਾ ਸੀਡਲਿੰਗ ਆ ਪੌਦਾ ਉਹ ਹੈਲਥੀ ਹੋਊਗਾ, ਉਹ ਫਰੀ ਫਰੋਮ ਇਨਸੈਕਟ ਪੈਸਟ ਹੋਊਗਾ, ਕਿਉਂਕਿ ਇੱਕ ਥੋੜ੍ਹਾ ਏਰੀਆ ਹੁੰਦਾ ਜਿਸ ਦੇ ਵਿੱਚ ਆਪਾਂ ਉਸ ਦੀ ਦੇਖ ਰੇਖ ਕਰਨੀ ਆਪਾਂ ਨੂੰ ਬਹੁਤ ਆਸਾਨ ਹੁੰਦੀ ਹੈ, ਔਰ ਜਿਸ ਨਾਲ ਕਿ ਆਪਣੇ ਉਸ ਦੀ ਜਿਹੜੀ ਆ ਕ੍ਰੌਪ ਰੇਟ ਆ ਉਹ ਵੀ ਜ਼ਿਆਦਾ ਹੋਊਗਾ, ਅਤੇ ਐਟ ਐਂਡ ਕਿ ਆਪਾਂ ਨੂੰ ਉਸ ਦੀ ਪ੍ਰੋਡਕਸ਼ਨ ਵੀ ਹਾਈਲੀ ਹੋਊਗੀ। ਸੋ ਇਹ ਆਪਾਂ ਨੇ ਕੀ ਟਰਾਂਸਪਲਾਂਟਿੰਗ ਦੇ ਕਿਵੇਂ ਕਰੀਏ ਅਤੇ ਉਸ ਦੇ ਫਾਇਦੇ ਕਿਹੜੇ ਕਿਹੜੇ ਨੇ। ਸੋ ਬੱਚਿਓ ਅੱਜ ਆਪਣਾ ਜਿਹੜਾ ਟੌਪਿਕ ਸੀ ਇੰਟਰੋਡਕਸ਼ਨ ਟੂ ਹਾਰਟੀਕਲਚਰ, ਉਹ ਹੋਪ ਸੋ ਵੀ ਤੁਹਾਨੂੰ ਬੜੇ ਈਜ਼ੀ ਵੇ ਨਾਲ ਤੁਹਾਨੂੰ ਸਮਝਾਇਆ ਗਿਆ ਵਾ। ਸੋ ਹੋਪ ਆ ਵੀ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਊਗੀ। ਥੈਂਕਸ।